ਡੀਅਰ ਸਟੂਡੈਂਟਸ, ਅੱਜ ਅਸੀਂ ਅਧਿਐਨ ਕਰਾਂਗੇ ਨਿਆਂ ਦਾ ਆਰਥਿਕ ਪੱਖ ਕੀ ਹੈ, ਆਰਥਿਕ ਨਿਆਂ ਕੀ ਹੁੰਦਾ ਹੈ ਅਤੇ ਆਰਥਿਕ ਨਿਆਂ ਦੀ ਸਥਾਪਤੀ ਲਈ ਬਹਾਲੀ ਲਈ ਕਿਸੇ ਸੁਸਾਇਟੀ ਦੇ ਵਿੱਚ ਕਿਹੜੀਆਂ-ਕਿਹੜੀਆਂ ਕੰਡੀਸ਼ਨਸ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਆਓ ਸਭ ਤੋਂ ਪਹਿਲਾਂ ਅਸੀਂ ਆਰਥਿਕ ਨਿਆਂ ਦੇ ਅਰਥਾਂ ਤੋਂ ਸ਼ੁਰੂ ਕਰਦੇ ਹਾਂ ਕਿ ਆਰਥਿਕ ਨਿਆਂ ਦਾ ਅਰਥ ਕੀ ਹੈ। ਆਰਥਿਕ ਨਿਆਂ ਤੋਂ ਭਾਵ ਹੈ ਕਿ ਸੁਸਾਇਟੀ ਵਿੱਚ ਰਹਿੰਦੇ ਸਾਰੇ ਲੋਕਾਂ ਨੂੰ ਆਪਣੇ ਜੀਵਨ ਨਿਰਵਾਹ ਦੇ ਲਈ ਰੁਜ਼ਗਾਰ ਦੇ ਉਚਿਤ ਮੌਕੇ ਹੋਣੇ ਚਾਹੀਦੇ ਹਨ ਅਤੇ ਜੋ ਉਜਰਤਾਂ ਨੇ, ਤਨਖਾਹਾਂ ਨੇ, ਉਹ ਤਰਕਸੰਗਤ ਹੋਣੀਆਂ ਚਾਹੀਦੀਆਂ ਹਨ। ਆਰਥਿਕ ਨਿਆਂ ਇਹ ਨਹੀਂ ਮੰਗ ਕਰਦਾ ਕਿ ਸਾਰਿਆਂ ਦੀਆਂ ਤਨਖਾਹਾਂ ਬਿਲਕੁਲ ਬਰਾਬਰ ਹੋਣ, ਪਰੰਤੂ ਇਹ ਮੰਗ ਜ਼ਰੂਰ ਕਰਦਾ ਹੈ ਕਿ ਤਨਖਾਹਾਂ ਦੇ ਵਿੱਚ ਜੋ ਡਿਫਰੈਂਸ ਹੈ ਉਹ ਤਰਕ ਤੇ ਆਧਾਰਿਤ ਹੋਵੇ। ਡਿਫਰੈਂਸ ਜ਼ਮੀਨ ਅਸਮਾਨ ਦਾ ਨਹੀਂ ਹੋਣਾ ਚਾਹੀਦਾ। ਅਮੀਰ ਤੇ ਗਰੀਬ ਵੀ ਹਰ ਸੁਸਾਇਟੀ ਵਿੱਚ ਹੁੰਦੇ ਹਨ। ਆਰਥਿਕ ਨਿਆਂ ਮੰਗ ਕਰਦਾ ਹੈ ਕਿ ਅਮੀਰ ਤੇ ਗਰੀਬ ਦਾ ਡਿਫਰੈਂਸ ਵੀ ਜ਼ਮੀਨ ਅਸਮਾਨ ਦਾ ਨਾ ਹੋਵੇ। ਅਮੀਰ ਤੇ ਗਰੀਬ ਦਾ ਡਿਫਰੈਂਸ ਉਨਾ ਕੀ ਹੋਣਾ ਚਾਹੀਦਾ ਹੈ ਜਿੰਨਾ ਕਿ ਇੱਕ ਘੱਟ ਮਿਹਨਤ ਕਰਨ ਵਾਲੇ ਅਤੇ ਇੱਕ ਵੱਧ ਮਿਹਨਤ ਕਰਨ ਵਾਲੇ ਵਿਅਕਤੀ ਦੀ ਆਰਥਿਕ ਹਾਲਤ ਦੇ ਵਿੱਚ ਹੋਣਾ ਚਾਹੀਦਾ ਹੈ। ਆਰਥਿਕ ਨਿਆਂ ਮੰਗ ਕਰਦਾ ਹੈ ਕਿ ਮਜ਼ਦੂਰਾਂ ਨੂੰ ਇਸ ਤਰ੍ਹਾਂ ਦੇ ਕੰਮ ਧੰਦਿਆਂ ਦੇ ਵਿੱਚ ਨਾ ਲੱਗਣਾ ਪਵੇ ਜਿੱਥੇ ਹਾਲਾਤ ਇਸ ਤਰ੍ਹਾਂ ਦੇ ਹੋਣ ਕਿ ਉਹਨਾਂ ਦੀ ਸਿਹਤ ਤੇ, ਉਹਨਾਂ ਦੀ ਸਰੀਰਕ ਸਿਹਤ ਤੇ ਜਾਂ ਮਾਨਸਿਕ ਸਿਹਤ ਤੇ ਕੋਈ ਸਦਾ ਲਈ ਮਾੜਾ ਪ੍ਰਭਾਵ ਪੈਂਦਾ ਹੋਵੇ। ਭਾਵ ਆਰਥਿਕ ਤੰਗੀ ਤੁਰਸ਼ੀਆ ਦੇ ਚੱਲਦਿਆਂ ਕਿਸੇ ਵਿਅਕਤੀ ਨੂੰ ਆਪਣੇ ਸਰੀਰ ਦੀ ਜਾਂ ਆਪਣੀ ਮਾਨਸਿਕਤਾ ਦੀ ਬਲੀ ਨਾ ਦੇਣੀ ਪਵੇ। ਵਿਅਕਤੀਗਤ ਵਿਕਾਸ, ਸਿੱਖਿਆ ਦੀ ਪ੍ਰਾਪਤੀ, ਚੰਗੀ ਸਿਹਤ, ਇਹ ਸਾਰੇ ਇਹਨਾਂ ਤੱਕ ਸਾਰਿਆਂ ਦੀ ਪਹੁੰਚ ਹੋਣੀ ਚਾਹੀਦੀ ਹੈ। ਆਰਥਿਕ ਤੰਗੀਆਂ ਤੁਰਸ਼ੀਆਂ ਨੇ ਜਿਹੜੀਆਂ ਉਹ ਚੰਗੀ ਸਿਹਤ ਦੇ ਰਸਤੇ ਦੇ ਵਿੱਚ, ਸਿੱਖਿਆ ਦੀ ਪ੍ਰਾਪਤੀ ਦੇ ਰਸਤੇ ਦੇ ਵਿੱਚ, ਵਿਅਕਤੀਗਤ ਵਿਕਾਸ ਦੇ ਰਸਤੇ ਦੇ ਵਿੱਚ ਰੁਕਾਵਟ ਨਹੀਂ ਹੋਣੀ ਚਾਹੀਦੀ। ਆਓ ਹੁਣ ਚਰਚਾ ਕਰਦੇ ਹਾਂ ਆਰਥਿਕ ਨਿਆਂ ਦੀ ਬਹਾਲੀ ਲਈ ਸੁਸਾਇਟੀ ਦੇ ਵਿੱਚ ਕਿਸ ਤਰ੍ਹਾਂ ਦੀਆਂ ਕੰਡੀਸ਼ਨ ਹੋਣੀਆਂ ਚਾਹੀਦੀਆਂ ਹਨ। ਪਹਿਲੀ ਕੰਡੀਸ਼ਨ ਹੈ ਰਾਈਟ ਟੂ ਵਰਕ, ਕੰਮ ਦਾ ਅਧਿਕਾਰ ਹੋਣਾ ਚਾਹੀਦਾ ਹੈ। ਕੰਮ ਦਾ ਅਧਿਕਾਰ ਹੈ ਜਿਹੜਾ ਉਹ ਆਰਥਿਕ ਨਿਆਂ ਦਾ ਆਧਾਰ ਕਿਹਾ ਜਾ ਸਕਦਾ ਹੈ, ਬੇਸ ਕਿਹਾ ਜਾ ਸਕਦਾ ਹੈ, ਕਿਉਂਕਿ ਕੰਮ ਹੀ ਵਿਅਕਤੀ ਨੂੰ ਆਰਥਿਕ ਖੇਤਰ ਦੇ ਵਿੱਚ ਆਤਮ ਨਿਰਭਰ ਬਣਾਉਂਦਾ ਹੈ। ਇੱਕ ਬੇਰੁਜ਼ਗਾਰ ਵਿਅਕਤੀ ਹੈ ਜਿਹੜਾ ਉਸ ਦਾ ਜੀਵਨ ਨੀਰਸ ਹੋ ਜਾਂਦਾ ਹੈ ਤੇ ਉਹ ਮਨੁੱਖੀ ਵਿਕਾਸ ਦੀਆਂ ਪ੍ਰਾਪਤੀਆਂ ਮਾਣਨ ਤੋਂ ਅਸਮਰਥ ਰਹਿੰਦਾ ਹੈ। ਉਸ ਵਿਅਕਤੀ ਦਾ ਲਾਈਫ ਦੇ ਵਿੱਚ ਕੋਈ ਬਹੁਤਾ ਇੰਟਰਸਟ ਨਹੀਂ ਬਣਦਾ ਜਿਹੜਾ ਵਿਅਕਤੀ ਬੇਰੁਜ਼ਗਾਰ ਫਿਰਦਾ ਹੈ। ਇਸ ਲਈ ਰਾਜ ਦੀ ਜ਼ਿੰਮੇਵਾਰੀ ਹੈ ਕਿ ਆਪਣੇ ਸਾਰੇ ਨਾਗਰਿਕਾਂ ਨੂੰ ਉਹਨਾਂ ਦੀ ਯੋਗਤਾ ਦੇ ਆਧਾਰ ਦੇ ਉੱਪਰ ਰੁਜ਼ਗਾਰ ਮੁਹੱਈਆ ਕਰਵਾਵੇ। ਰਾਜ ਦੁਆਰਾ ਰੁਜ਼ਗਾਰ ਦੇ ਉਚਿਤ ਮੌਕੇ ਨਾ ਪ੍ਰਦਾਨ ਕੀਤੇ ਜਾਣ ਤੇ ਜਿਹੜੇ ਬੇਰੁਜ਼ਗਾਰ ਲੋਕ ਨੇ ਉਹਨੂੰ ਪੂੰਜੀਪਤੀ ਲੋਕਾਂ ਕੋਲ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ, ਉਹਨਾਂ ਦੀਆਂ ਮਨਮਰਜ਼ੀ ਦੀਆਂ ਸ਼ਰਤਾਂ ਤੇ ਕੰਮ ਕਰਨਾ ਪੈਂਦਾ ਹੈ। ਇਸ ਲਈ ਰਾਜ ਦੀ ਜ਼ਿੰਮੇਵਾਰੀ ਹੈ ਕਿ ਸਾਰਿਆਂ ਨੂੰ ਕੰਮ ਦਾ ਅਧਿਕਾਰ ਦੇਵੇ, ਚਾਹੇ ਉਹ ਪਬਲਿਕ ਸੈਕਟਰ 'ਚ ਹੈ, ਜੇ ਪ੍ਰਾਈਵੇਟ ਸੈਕਟਰ 'ਚ ਹੈ ਤਾਂ ਵੀ ਉਸ ਨੂੰ ਰੈਗੂਲੇਟ ਕਰਨਾ ਚਾਹੀਦਾ ਹੈ। ਦੂਸਰੀ ਸ਼ਰਤ ਹੈ ਰਾਈਟ ਟੂ ਐਡਿਕੁਏਟ ਵੇਜਸ, ਉਚਿਤ ਵੇਤਨ ਦਾ ਅਧਿਕਾਰ। ਜਿੰਨਾ ਕੰਮ ਦਾ ਅਧਿਕਾਰ ਮਹੱਤਵਪੂਰਨ ਹੈ, ਉਨਾ ਹੀ ਅਧਿਕਾਰ ਮਹੱਤਵਪੂਰਨ ਹੈ ਕਿ ਵਿਅਕਤੀ ਨੂੰ ਕੰਮ ਦੇ ਬਦਲੇ ਉਚਿਤ ਵੇਤਨ ਮਿਲੇ। ਜਿੰਨਾ ਚਿਰ ਉਚਿਤ ਵੇਤਨ ਨਹੀਂ ਮਿਲਦਾ ਉਹਨਾਂ ਚਿਰ ਕੰਮ ਦਾ ਅਧਿਕਾਰ ਹੈ ਜਿਹੜਾ ਉਸ ਦੀ ਵੀ ਕੋਈ ਵੈਲਿਊ ਨਹੀਂ ਹੈ। ਥੋੜਾ ਵੇਤਨ ਦੇ ਕੇ, ਥੋੜੇ ਪੈਸੇ ਦੇ ਕੇ ਕੰਮ ਕਰਵਾਉਣਾ ਵਿਅਕਤੀ ਨੂੰ ਰੁਜ਼ਗਾਰ ਦੇਣਾ ਨਹੀਂ ਹੈ, ਸਗੋਂ ਇਹ ਉਸ ਦਾ ਸ਼ੋਸ਼ਣ ਕਰਨ ਦੇ ਬਰਾਬਰ ਹੈ। ਇਸ ਲਈ ਰਾਜ ਨੂੰ ਚਾਹੀਦਾ ਹੈ ਕਿ ਹਰ ਕੰਮ ਲਈ ਘੱਟ ਤੋਂ ਘੱਟ ਵੇਤਨ ਤੈਅ ਕਰੇ ਕਿ ਇਸ ਕੰਮ ਲਈ ਘੱਟ ਤੋਂ ਘੱਟ ਇੰਨੀ ਤਨਖਾਹ ਦੇਣੀ ਪਵੇਗੀ ਤੇ ਉਸ ਤੋਂ ਘੱਟ ਵੇਤਨ ਦੀ ਅਦਾਇਗੀ ਹੈ ਜਿਹੜੀ ਉਹ ਕਾਨੂੰਨੀ ਤੌਰ ਤੇ ਜੁਰਮ ਐਲਾਨ ਕੀਤੀ ਜਾਣੀ ਚਾਹੀਦੀ ਹੈ। ਜਿਹੜੇ ਲੋਕ ਜਾਂ ਸੰਸਥਾਵਾਂ ਆਪਣੇ ਅਧੀਨ ਕੰਮ ਕਰ ਰਹੇ ਕਰਮਚਾਰੀਆਂ ਨੂੰ ਪੂਰੀ ਤਨਖਾਹ ਨਹੀਂ ਦੇ ਸਕਦੇ, ਉਹਨਾਂ ਨੂੰ ਆਪਣੀਆਂ ਗਤੀਵਿਧੀਆਂ ਚਲਾਉਣ ਦਾ ਅਧਿਕਾਰ ਨਹੀਂ ਦੇਣਾ ਚਾਹੀਦਾ। ਨਹੀਂ ਤਾਂ ਉਹ ਕਿਸੇ ਨਾ ਕਿਸੇ ਬਹਾਨੇ, ਚਾਹੇ ਉਹ ਚੈਰਿਟੀ ਦੇ ਬਹਾਨੇ ਹੀ ਲੋਕਾਂ ਨਾਲ ਧੋਖਾ ਕਰਨ, ਲੋਕਾਂ ਦਾ ਸ਼ੋਸ਼ਣ ਕਰਨ। ਇਸ ਤਰ੍ਹਾਂ ਦੀਆਂ ਸੰਸਥਾਵਾਂ ਸ਼ੋਸ਼ਣ ਕਰਦੀਆਂ ਰਹਿੰਦੀਆਂ ਹਨ, ਘੱਟ ਵੇਤਨ ਦੇ ਕੇ ਪੂਰਾ ਕੰਮ ਕਰਵਾਉਂਦੀਆਂ ਰਹਿੰਦੀਆਂ ਹਨ ਜਾਂ ਕਈ ਵਾਰੀ ਤਾਂ ਜ਼ਿੰਮੇਵਾਰੀ ਤੋਂ ਜ਼ਿਆਦਾ ਕੰਮ ਵੀ ਕਰਵਾਉਂਦੀਆਂ ਰਹਿੰਦੀਆਂ ਹਨ। ਅਗਲੀ ਸ਼ਰਤ ਹੈ ਆਰਥਿਕ ਸੁਰੱਖਿਆ। ਜੇਕਰ ਕੋਈ ਵਿਅਕਤੀ ਬਿਮਾਰੀ ਕਾਰਨ, ਬੁਢਾਪੇ ਕਾਰਨ, ਅੰਗਹੀਣਤਾ ਕਾਰਨ ਰੋਜੀ ਰੋਟੀ ਕਮਾਉਣ ਜੋਗਾ ਨਹੀਂ ਰਹਿੰਦਾ ਤਾਂ ਉਸ ਦੀਆਂ ਮੌਲਿਕ ਜ਼ਰੂਰਤਾਂ ਦੀ ਪੂਰਤੀ ਹੈ ਜਿਹੜੀ ਉਹ ਪ੍ਰਾਈਵੇਟ ਸੰਸਥਾਵਾਂ ਦੇ ਸਿਰ ਤੇ, NGOs ਦੇ ਸਿਰ ਤੇ ਜਾਂ ਦਾਨੀਆਂ ਦੇ ਸਿਰ ਤੇ ਨਹੀਂ ਛੱਡਣੀ ਚਾਹੀਦੀ। ਉਸ ਵਿਅਕਤੀ ਦੇ ਜਿਹੜੀਆਂ ਮੌਲਿਕ ਜ਼ਰੂਰਤਾਂ ਨੇ ਘੱਟੋ ਘੱਟ ਉਹਨਾਂ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਸਟੇਟ ਨੂੰ ਆਪਣੇ ਸਿਰ ਲੈਣੀ ਚਾਹੀਦੀ ਹੈ। ਜਦੋਂ ਇੱਕ ਵਿਅਕਤੀ ਨੂੰ ਕਿਸੇ ਹੋਰ ਵਿਅਕਤੀ ਦੇ ਦਾਨ ਪੁੰਨ ਤੇ ਛੱਡਿਆ ਜਾਂਦਾ ਹੈ ਤਾਂ ਕਈ ਕੁਰੀਤੀਆਂ ਜਨਮ ਲੈਂਦੀਆਂ ਹਨ, ਜਿਵੇਂ ਸ਼ੋਸ਼ਣ, ਵਿਗਾਰ ਆਦਿ ਕੁਰੀਤੀਆਂ ਨੇ ਜਿਹੜੀਆਂ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚੋਂ ਹੀ ਜਨਮ ਲੈਂਦੀਆਂ ਹਨ। ਅਗਲੀ ਸ਼ਰਤ ਹੈ ਸੰਪਤੀ ਦਾ ਅਧਿਕਾਰ, ਬਟ ਸੀਮਿਤ ਹੋਣਾ ਚਾਹੀਦਾ ਹੈ, ਲਿਮਿਟਡ ਰਾਈਟ ਟੂ ਪ੍ਰਾਪਰਟੀ। ਸੰਪਤੀ ਦਾ ਅਧਿਕਾਰ ਵਿਅਕਤੀ ਨੂੰ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਦਾ ਹੈ। ਸੰਪਤੀ ਦੇ ਲਾਲਚ ਦੇ ਵਿੱਚ ਵਿਅਕਤੀ ਵੱਧ ਤੋਂ ਵੱਧ ਮਿਹਨਤ ਕਰਦਾ ਹੈ, ਪਰ ਉੱਥੇ ਹੀ ਕਈ ਵਾਰੀ ਜਿਹੜੇ ਬਹੁਤ ਸੰਪਤੀਸ਼ਾਲੀ ਵਿਅਕਤੀ ਨੇ ਉਹ ਸੰਪਤੀਹੀਣ ਵਿਅਕਤੀਆਂ ਦਾ ਸ਼ੋਸ਼ਣ ਵੀ ਕਰਦੇ ਹਨ ਆਪਣੀ ਪ੍ਰਾਪਰਟੀ ਦੇ ਸਿਰ ਤੇ।
ਇਸ ਲਈ ਆਰਥਿਕ ਨਿਆਂ ਦੀ ਸਥਾਪਤੀ ਲਈ ਜ਼ਰੂਰੀ ਹੈ ਕਿ ਸੰਪਤੀ ਦਾ ਅਧਿਕਾਰ ਹੋਣਾ ਚਾਹੀਦਾ ਹੈ, ਪਰੰਤੂ ਸੀਮਿਤ ਹੋਣਾ ਚਾਹੀਦਾ ਹੈ, ਤਾਂ ਕਿ ਕੋਈ ਵਿਅਕਤੀ ਇੰਨੀ ਸੰਪਤੀ ਇਕੱਠੀ ਨਾ ਕਰ ਸਕੇ ਜਿਹੜੀ ਦੂਸਰੇ ਵਿਅਕਤੀਆਂ ਲਈ ਥੋੜ੍ਹਾ ਪੈਦਾ ਕਰ ਦੇਵੇ। ਜਿਵੇਂ ਜੇਕਰ ਕਿਸੇ ਲੋਕੈਲਿਟੀ ਦੇ ਵਿੱਚ ਕੋਈ ਇੱਕ ਵਿਅਕਤੀ ਜਾ ਕੇ ਸਾਰੇ ਪਲਾਟ ਖਰੀਦ ਲੈਂਦਾ ਹੈ ਤਾਂ ਜਿਹੜੇ ਲੋਕਾਂ ਨੂੰ ਘਰ ਬਣਾਉਣ ਲਈ ਜ਼ਰੂਰਤ ਹੈ ਉਹਨਾਂ ਲਈ ਸ਼ਾਰਟੇਜ ਪੈਦਾ ਹੋ ਜਾਵੇਗੀ। ਇੱਕ ਵਿਅਕਤੀ ਜੇਕਰ ਕਿਸੇ ਸਟੇਟ ਦਾ ਪੂਰਾ ਅਨਾਜ ਖਰੀਦ ਲੈਂਦਾ ਹੈ, ਇੱਕ ਕੰਪਨੀ ਜਾਂ ਇੱਕ ਵਿਅਕਤੀ, ਤਾਂ ਬਾਕੀ ਲੋਕਾਂ ਲਈ ਥੋੜ੍ਹ ਪੈਦਾ ਹੋ ਜਾਵੇਗੀ। ਇਸ ਲਈ ਕਿਸੇ ਵਿਅਕਤੀ ਨੂੰ ਰਾਈਟ ਟੂ ਪ੍ਰਾਪਰਟੀ ਇੰਨਾ ਲਿਬਰਲ ਨਹੀਂ ਹੋਣਾ ਚਾਹੀਦਾ ਕਿ ਉਹ ਵਿਅਕਤੀ ਲੋਕਾਂ ਦੀ ਜ਼ਰੂਰਤ ਦੀਆਂ ਜਿਹੜੀਆਂ ਵਸਤੂਆਂ ਨੇ ਉਹਨਾਂ ਨੂੰ ਵੀ ਆਪਣੇ ਕੋਲ ਖਰੀਦ ਕੇ ਸਟੋਰ ਕਰ ਸਕੇ ਤੇ ਮਨਮਰਜ਼ੀ ਨਾਲ ਫਿਰ ਬਲੈਕਮੇਲਿੰਗ ਕਰ ਸਕੇ, ਬਲੈਕ ਮਾਰਕੀਟਿੰਗ ਕਰ ਸਕੇ। ਅਗਲੀ ਸ਼ਰਤ ਹੈ ਆਰਥਿਕ ਅਸਮਾਨਤਾਵਾਂ ਘੱਟ ਹੋਣੀਆਂ ਚਾਹੀਦੀਆਂ ਹਨ। ਆਰਥਿਕ ਨਿਆਂ ਉਸ ਸਮਾਜ ਵਿੱਚ ਹੀ ਸੰਭਵ ਹੈ ਜਿੱਥੇ ਆਰਥਿਕ ਅਸਮਾਨਤਾਵਾਂ ਦਾ ਪੱਧਰ ਘੱਟ ਤੋਂ ਘੱਟ ਹੋਵੇਗਾ। ਜਿੱਥੇ ਜ਼ਮੀਨ ਅਸਮਾਨ ਦਾ ਗੈਪ ਹੋਵੇਗਾ ਉੱਥੇ ਆਰਥਿਕ ਨਿਆਂ ਸਥਾਪਿਤ ਨਹੀਂ ਕੀਤਾ ਜਾ ਸਕਦਾ। ਇਸ ਲਈ ਰਾਜ ਨੂੰ ਆਪਣੀਆਂ ਆਰਥਿਕ ਨੀਤੀਆਂ ਇਸ ਤਰ੍ਹਾਂ ਦੀਆਂ ਬਣਾਉਣੀਆਂ ਚਾਹੀਦੀਆਂ ਹਨ ਕਿ ਰਾਜ ਦੇ ਜਿਹੜੇ ਭੌਤਿਕ ਸਾਧਨ ਨੇ, ਰਾਜ ਦਾ ਜੋ ਪੈਸਾ ਹੈ, ਉਹ ਕੁਝ ਲੋਕਾਂ ਦੇ ਹੱਥਾਂ ਦੇ ਵਿੱਚ ਕੇਂਦਰਿਤ ਨਾ ਹੋਵੇ, ਉਸ ਦਾ ਲਾਭ ਸਾਰੇ ਲੋਕਾਂ ਤੱਕ ਪਹੁੰਚੇ। ਆਰਥਿਕ ਸਮਾਨਤਾ ਦੀ ਕੀਮਤ ਤੇ ਜਿਹੜਾ ਆਰਥਿਕ ਵਿਕਾਸ ਪ੍ਰਾਪਤ ਕੀਤਾ ਜਾਂਦਾ ਹੈ ਕਿ ਆਰਥਿਕ ਸਮਾਨਤਾ ਖਤਮ ਕਰ ਦਿਓ ਪਰੰਤੂ ਵਿਕਾਸ ਕਰ ਲਓ, ਉਸ ਤਰ੍ਹਾਂ ਦਾ ਵਿਕਾਸ ਸੁਸਾਇਟੀ ਦੇ ਕਿਸੇ ਕੰਮ ਨਹੀਂ ਆਉਂਦਾ। ਇਸ ਤਰ੍ਹਾਂ ਦਾ ਵਿਕਾਸ ਹੈ ਜਿਹੜਾ ਅਸ਼ਾਂਤੀ ਪੈਦਾ ਕਰਦਾ ਹੈ, ਅਸਾਵਾਪਣ ਪੈਦਾ ਕਰਦਾ ਹੈ। ਅਗਲੀ ਸ਼ਰਤ ਹੈ ਮੌਲਿਕ ਜ਼ਰੂਰਤਾਂ ਦੀ ਪੂਰਤੀ, ਫੁਲਫਿਲਮੈਂਟ ਆਫ ਬੇਸਿਕ ਨੀਡਸ। ਮਨੁੱਖ ਨੇ ਬਹੁਤ ਜ਼ਿਆਦਾ ਉੱਨਤੀ ਕਰ ਲਈ ਹੈ, ਆਪਣੇ ਐਸ਼ੋ ਇਸ਼ਰਤ ਦੀਆਂ ਬਹੁਤ ਜ਼ਿਆਦਾ ਵਸਤੂਆਂ ਬਣਾ ਲਈਆਂ ਹਨ, ਪਰੰਤੂ ਆਰਥਿਕ ਨਿਆਂ ਦੇ ਹਿੱਤ ਵਿੱਚ ਕਿਸੇ ਵੀ ਸਮਾਜ ਦੇ ਵਿੱਚ ਵਿਅਕਤੀ ਨੂੰ ਐਸ਼ੋ ਆਰਾਮ ਦੀਆਂ ਵਸਤੂਆਂ ਕਰਨ ਦੀ ਤਾਂ ਹੀ ਆਗਿਆ ਹੋਣੀ ਚਾਹੀਦੀ ਹੈ ਜਦੋਂ ਸਾਰੇ ਸਮਾਜ ਦੀਆਂ ਮੌਲਿਕ ਜ਼ਰੂਰਤਾਂ ਦੀ ਪੂਰਤੀ ਹੋ ਗਈ ਹੋਵੇ। ਇਸ ਸੰਬੰਧੀ ਪ੍ਰੋਫੈਸਰ ਲਾਸਕੀ ਨੇ ਬਹੁਤ ਵਧੀਆ ਐਗਜ਼ਾਮਪਲ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਸੁਸਾਇਟੀ ਦੇ ਵਿੱਚ ਕਿਸੇ ਵਿਅਕਤੀ ਨੂੰ ਕੇਕ ਖਾਣ ਦਾ ਅਧਿਕਾਰ ਤਾਂ ਹੋਣਾ ਚਾਹੀਦਾ ਹੈ ਜੇ ਪਹਿਲਾਂ ਸਾਰਿਆਂ ਨੂੰ ਰੋਟੀ ਮਿਲ ਰਹੀ ਹੈ। ਕਿਸੇ ਸੁਸਾਇਟੀ ਦੇ ਵਿੱਚ ਕਿਸੇ ਵਿਅਕਤੀ ਨੂੰ ਚਾਹੇ ਜਿੰਨਾ ਮਰਜ਼ੀ ਅਮੀਰ ਹੋਵੇ 20 ਕਮਰਿਆਂ ਦੇ ਮਕਾਨ 'ਚ ਮਹਿਲ ਦੇ ਵਿੱਚ ਰਹਿਣ ਦਾ ਹੱਕ ਤਾਂ ਹੋਣਾ ਚਾਹੀਦਾ ਹੈ ਜੇ ਪਹਿਲਾਂ ਸਾਰੇ ਲੋਕਾਂ ਦੇ ਸਿਰ ਤੇ ਛੱਤ ਅਵੇਲੇਬਲ ਹੈ। ਜੇ ਕਿਸੇ ਕੋਲ ਇੱਕ ਕਮਰੇ ਦਾ ਵੀ ਮਕਾਨ ਨਹੀਂ ਹੈ ਤਾਂ ਉਸ ਦੇ ਗੁਆਂਢੀ ਨੂੰ 20 ਕਮਰਿਆਂ ਦੇ ਵਿੱਚ ਮਕਾਨ ਵਿੱਚ ਰਹਿਣ ਦਾ ਵੀ ਕੋਈ ਹੱਕ ਨਹੀਂ ਹੋਣਾ ਚਾਹੀਦਾ। ਅਗਲੀ ਸ਼ਰਤ ਹੈ ਕਮਜ਼ੋਰ ਵਰਗਾਂ ਦੇ ਹਿੱਤਾਂ ਦੀ ਸੁਰੱਖਿਆ। ਕੁਝ ਵਰਗ ਨੇ ਜਿਹੜੇ ਉਹ ਜੀਵਨ ਦੇ ਹਰ ਖੇਤਰ ਦੇ ਵਿੱਚ ਬਾਕੀ ਦੇ ਵਰਗਾਂ ਤੋਂ ਬਹੁਤ ਜ਼ਿਆਦਾ ਪਿੱਛੇ ਰਹਿ ਜਾਂਦੇ ਨੇ। ਬੇਸ਼ੱਕ ਸਮਾਨਤਾ ਦੇ ਮੌਕੇ ਉਹਨਾਂ ਨੂੰ ਪ੍ਰਦਾਨ ਕੀਤੇ ਜਾਣ, ਉਹ ਤਾਂ ਵੀ ਸਮਾਨ ਨਹੀਂ ਹੋ ਸਕਦੇ, ਬਰਾਬਰ ਨਹੀਂ ਆ ਸਕਦੇ ਕਿਉਂਕਿ ਬਹੁਤ ਪਿੱਛੇ ਰਹਿ ਚੁੱਕੇ ਹੁੰਦੇ ਨੇ ਸਰਕਾਰੀ ਨੌਕਰੀਆਂ ਦੀ ਪ੍ਰਾਪਤੀ ਦੇ ਵਿੱਚ, ਐਡਮਿਸ਼ਨਾਂ ਦੀ ਪ੍ਰਾਪਤੀ ਦੇ ਵਿੱਚ। ਇਸ ਲਈ ਇਸ ਤਰ੍ਹਾਂ ਦੇ ਲੋਕਾਂ ਲਈ ਵਿਸ਼ੇਸ਼ ਸੁਰੱਖਿਆ ਕਦਮ ਚੁੱਕੇ ਜਾਣੇ ਚਾਹੀਦੇ ਹਨ। ਸਿੱਖਿਆ ਦੇ ਵਿੱਚ, ਰੁਜ਼ਗਾਰ ਦੇ ਵਿੱਚ ਰਿਜ਼ਰਵੇਸ਼ਨ ਕੀਤੀ ਜਾ ਸਕਦੀ ਹੈ ਇਸ ਤਰ੍ਹਾਂ ਦੇ ਲੋਕਾਂ ਲਈ, ਜਿਵੇਂ ਭਾਰਤ ਦੇ ਵਿੱਚ ਕਮਜ਼ੋਰ ਵਰਗਾਂ ਲਈ ਕੀਤੀ ਜਾਂਦੀ ਹੈ, ਇਸਤਰੀਆਂ ਲਈ ਕੀਤੀ ਜਾਂਦੀ ਹੈ, ਕਿਉਂਕਿ ਇਹ ਵਰਗ ਨੇ ਜਿਹੜੇ ਬਹੁਤ ਜ਼ਿਆਦਾ ਪਿੱਛੇ ਰਹਿ ਚੁੱਕੇ ਨੇ। ਇਸ ਤਰ੍ਹਾਂ ਦੀਆਂ ਵਿਵਸਥਾਵਾਂ ਨੇ ਜਿਹੜੀਆਂ ਕਮਜ਼ੋਰ ਵਰਗਾਂ ਨੂੰ, ਕਮਜ਼ੋਰ ਲੋਕਾਂ ਨੂੰ ਵੀ ਸਮਾਜ ਦੀ ਮੁੱਖ ਧਾਰਾ ਦੇ ਵਿੱਚ ਵਿਕਾਸ ਵਿੱਚ ਭਾਗੀਦਾਰ ਬਣਾਉਂਦੀਆਂ ਹਨ ਅਤੇ ਆਰਥਿਕ ਨਿਆਂ ਦੀ ਸਥਾਪਤੀ ਲਈ ਸਹਾਇਕ ਸਿੱਧ ਹੁੰਦੀਆਂ ਹਨ। ਅਗਲੀ ਸ਼ਰਤ ਹੈ ਸਮਾਨ ਕੰਮ ਲਈ ਸਮਾਨ ਵੇਤਨ ਹੋਣਾ ਚਾਹੀਦਾ ਹੈ। ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਹਰੇਕ ਸੁਸਾਇਟੀ ਦੇ ਵਿੱਚ ਕੁਝ ਲੋਕਾਂ ਨੂੰ ਮਿਹਨਤਾਨਾ ਘੱਟ ਦਿੱਤਾ ਜਾਂਦਾ ਹੈ, ਆਮ ਕਰਕੇ ਇਸਤਰੀਆਂ ਨੂੰ ਜੋ ਕੰਮ ਕਰਦੀਆਂ ਨੇ ਬਰਾਬਰ, ਅਤੇ ਜੋ ਪ੍ਰਵਾਸੀ ਮਜ਼ਦੂਰ ਕਿਤੋਂ ਹੋਰ ਆ ਕੇ ਕੰਮ ਕਰ ਰਹੇ ਨੇ ਉਹਨਾਂ ਦੀ ਜੋ ਮਿਹਨਤਾਨਾ ਹੈ ਉਹਨਾਂ ਨੂੰ ਘੱਟ ਦਿੱਤਾ ਜਾਂਦਾ ਹੈ ਲੋਕਲ ਮਜ਼ਦੂਰਾਂ ਦੇ ਮੁਕਾਬਲੇ, ਮੇਲ ਮਜ਼ਦੂਰਾਂ ਦੇ ਮੁਕਾਬਲੇ ਜਾਂ ਮੇਲ ਕਰਮਚਾਰੀਆਂ ਦੇ ਮੁਕਾਬਲੇ। ਅਜਿਹਾ ਵਰਤਾਰਾ ਆਰਥਿਕ ਅਨਿਆਂ ਦਾ, ਆਰਥਿਕ ਬੇਇਨਸਾਫੀ ਦਾ ਕਾਰਨ ਬਣਦਾ ਹੈ। ਰਾਜ ਨੂੰ ਇਸ ਤਰ੍ਹਾਂ ਦੇ ਲੇਬਰ ਲਾਜ਼ ਬਣਾਉਣੇ ਚਾਹੀਦੇ ਹਨ ਤਾਂ ਕਿ ਇਹ ਇੱਕ ਕੰਪਲਸਰੀ ਹੋਵੇ ਹਰੇਕ ਕੰਪਨੀ ਲਈ, ਹਰੇਕ ਕਾਰਪੋਰੇਸ਼ਨ ਲਈ, ਹਰੇਕ ਮਾਲਕ ਲਈ ਕਿ ਉਹ ਬਰਾਬਰ ਕੰਮ ਲਈ ਸਾਰੇ ਮੁਲਾਜ਼ਮਾਂ ਨੂੰ ਬਰਾਬਰ ਤਨਖਾਹ ਦੇਵੇਗਾ। ਇਹ ਜੋ ਗੈਪ ਹੈ, ਪੇ ਗੈਪ ਹੈ, ਵਿਸ਼ੇਸ਼ ਕਰਕੇ ਜੈਂਡਰ ਦੇ ਆਧਾਰ ਤੇ, ਇਹ ਕੇਵਲ ਭਾਰਤ ਵਰਗੇ ਰਾਜਾਂ ਵਿੱਚ ਨਹੀਂ ਹੈ, ਦੁਨੀਆ ਦੇ ਤਕਰੀਬਨ ਸਾਰੇ ਰਾਜਾਂ ਵਿੱਚ ਹੈ। ਦੁਨੀਆ ਦੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਕਹਾਉਂਦੀ ਦੁਨੀਆ ਦੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਹੈ ਜੋ USA, ਉਹਦੇ ਵਿੱਚ ਵੀ ਇਹ ਜੈਂਡਰ ਗੈਪ ਪਾਇਆ ਜਾਂਦਾ ਹੈ। ਜੋ ਉੱਥੋਂ ਦੀਆਂ ਏਜੰਸੀਜ਼ ਨੇ USA ਦੀਆਂ, ਉਹਨਾਂ ਦੇ ਸਰਵੇ ਦੇ ਮੁਤਾਬਕ 1970 ਦੇ ਵਿੱਚ ਇਸਤਰੀ ਤੇ ਪੁਰਸ਼ ਦਾ ਜਿਹੜਾ ਪੇਮੈਂਟ ਦਾ ਗੈਪ ਸੀ ਸਮਾਨ ਕੰਮ ਲਈ, ਉਹ ਲਗਭਗ ਅੱਧੋ ਵੱਧ ਦਾ ਸੀ, 50% ਦਾ ਸੀ। 2014 ਦੇ ਵਿੱਚ ਇਹ ਘਟ ਕੇ 3/4 ਦਾ ਰਹਿ ਗਿਆ। ਭਾਵ ਜੇ ਇੱਕ ਕੰਮ ਲਈ ਪੁਰਸ਼ ਨੂੰ $100 ਮਿਲਦਾ ਹੈ, $100 ਮਿਲਦਾ ਹੈ, ਇਸਤਰੀ ਨੂੰ ਉਸੇ ਕੰਮ ਲਈ $70 ਮਿਲਦੇ ਹਨ। ਅਤੇ ਸਾਡਾ ਜੋ ਉਦੇਸ਼ ਹੈ ਮਨੁੱਖਤਾ ਦਾ,
ਉਹ ਇਹ ਹੈ ਕਿ ਆਉਣ ਵਾਲਾ ਸਮਾਂ ਇਸ ਤਰ੍ਹਾਂ ਦਾ ਆਵੇ ਜਿੱਥੇ ਸਾਰੇ ਲੋਕਾਂ ਨੂੰ, ਚਾਹੇ ਪ੍ਰਵਾਸੀ ਨੇ, ਚਾਹੇ ਲੋਕਲ ਨੇ, ਚਾਹੇ ਇਸਤਰੀ ਹੈ, ਚਾਹੇ ਪੁਰਸ਼ ਹੈ, ਉਹਨਾਂ ਨੂੰ ਬਰਾਬਰ ਕੰਮ ਲਈ ਬਰਾਬਰ ਮਿਹਨਤਾਨਾ ਮਿਲੇ। ਅਗਲੀ ਸ਼ਰਤ ਹੈ ਆਰਥਿਕ ਸ਼ੋਸ਼ਣ ਸਮਾਪਤ ਹੋਣਾ ਚਾਹੀਦਾ ਹੈ। ਮਜ਼ਦੂਰਾਂ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਕਰਕੇ ਉਹਨਾਂ ਦੇ ਵਿੱਚ ਬਾਰਗੇਨਿੰਗ ਕੈਪੈਸਿਟੀ ਨਹੀਂ ਹੁੰਦੀ। ਉਹ ਮਾਲਕ ਨਾਲ ਸੌਦੇਬਾਜ਼ੀ ਅੜ ਕੇ ਨਹੀਂ ਕਰ ਸਕਦੇ ਕਿ ਇੰਨੇ ਪੈਸੇ ਅਸੀਂ ਲੈਣੇ ਹਨ। ਇਸ ਕਰਕੇ ਉਹਨਾਂ ਨੂੰ ਅਕਸਰ ਪੂੰਜੀਪਤੀਆਂ ਦੇ ਹੱਥੋਂ ਸ਼ੋਸ਼ਣ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ। ਰਾਜ ਨੂੰ ਇਸ ਤਰ੍ਹਾਂ ਦੇ ਕਿਰਤ ਨਿਯਮ ਬਣਾਉਣੇ ਚਾਹੀਦੇ ਹਨ ਜਿਹਦੇ ਵਿੱਚ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਕੋਈ ਵੀ ਪੂੰਜੀਪਤੀ ਮਜ਼ਦੂਰਾਂ ਦਾ, ਆਪਣੇ ਇੰਪਲਾਈਜ਼ ਦਾ ਆਰਥਿਕ ਸ਼ੋਸ਼ਣ ਨਾ ਕਰ ਸਕੇ। ਅਗਲੀ ਸ਼ਰਤ ਹੈ ਰਾਜ ਦੁਆਰਾ ਨਿਯਮਿਤ ਅਰਥ ਵਿਵਸਥਾ ਹੋਣੀ ਚਾਹੀਦੀ ਹੈ। ਰਾਜ ਨੂੰ ਆਰਥਿਕ ਖੇਤਰ ਨੂੰ ਮੰਡੀ ਆਧਾਰਿਤ ਨਹੀਂ ਬਣਾਉਣਾ ਚਾਹੀਦਾ ਕਿ ਮਾਰਕੀਟ ਫੋਰਸਿਸ ਕੀਮਤਾਂ ਤੈਅ ਕਰਨਗੀਆਂ। ਜਿਹੜੀ ਚੀਜ਼ ਦੀ ਮਾਰਕੀਟ ਦੇ ਵਿੱਚ ਜ਼ਿਆਦਾ ਜ਼ਰੂਰਤ ਹੈ ਉਸ ਦੀ ਜ਼ਿਆਦਾ ਕੀਮਤ ਹੋਵੇਗੀ, ਜਿਹਦੀ ਘੱਟ ਕੀਮਤ ਹੈ ਉਸ ਦੀ ਘੱਟ ਕੀਮਤ ਹੋਵੇਗੀ। ਸਗੋਂ ਕੀਮਤਾਂ ਨੇ ਜਿਹੜੀਆਂ ਰਾਜ ਨੂੰ ਰੈਗੂਲੇਟ ਕਰਨੀਆਂ ਚਾਹੀਦੀਆਂ ਹਨ। ਸੁਸਾਇਟੀ ਦੀਆਂ ਕੀ ਜ਼ਰੂਰਤਾਂ ਨੇ, ਜ਼ਰੂਰਤਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਮਤਾਂ ਰੈਗੂਲੇਟ ਕਰਨੀਆਂ ਚਾਹੀਦੀਆਂ ਹਨ। ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਜ਼ਰੂਰਤ ਗਰੀਬ ਵਰਗ ਨੂੰ ਜ਼ਿਆਦਾ ਹੁੰਦੀ ਹੈ। ਕੁਝ ਵਸਤੂਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜਿਹੜੀਆਂ ਅਮੀਰ ਵਰਗ ਲਈ ਐਸ਼ੋ ਇਸ਼ਰਤ ਦੀਆਂ ਵਸਤੂਆਂ ਹੁੰਦੀਆਂ ਹਨ। ਸਟੇਟ ਨੂੰ ਚਾਹੀਦਾ ਹੈ ਕਿ ਜਿਹੜੀਆਂ ਵਸਤੂਆਂ ਗਰੀਬ ਆਮ ਲੋਕਾਂ ਦੀ ਵਰਤੋਂ ਦੀਆਂ ਨੇ, ਗਰੀਬਾਂ ਦੀ ਵਰਤੋਂ ਦੀਆਂ ਨੇ, ਉਹਨਾਂ ਨੂੰ ਹੱਲਾਸ਼ੇਰੀ ਦੇਵੇ, ਉਹਨਾਂ ਨੂੰ ਟੈਕਸ ਫ੍ਰੀ ਰੱਖੇ, ਅਤੇ ਜਿਹੜੀਆਂ ਵਸਤੂਆਂ ਅਮੀਰ ਲੋਕਾਂ ਦੀ ਵਰਤੋਂ ਦੀਆਂ ਹਨ ਉਹਨਾਂ ਤੇ ਜ਼ਿਆਦਾ ਟੈਕਸ ਲਾਉਣੇ ਚਾਹੀਦੇ ਹਨ ਕਿਉਂਕਿ ਉਹ ਜ਼ਿਆਦਾ ਟੈਕਸ ਪੇ ਕਰ ਸਕਦੇ ਹਨ। ਇਸ ਨਾਲ ਆਮ ਲੋਕਾਂ ਦੁਆਰਾ ਵਰਤੀਆਂ ਜਾਣ ਵਾਲੀਆਂ ਵਸਤੂਆਂ ਨੇ ਜਿਹੜੀਆਂ ਉਹਨਾਂ ਦੀਆਂ ਕੀਮਤਾਂ ਵੀ ਸਥਿਰ ਰਹਿਣਗੀਆਂ ਅਤੇ ਉਹ ਵੀ ਵਾਜਬ ਕੀਮਤਾਂ ਤੇ ਉਹਨਾਂ ਵਸਤੂਆਂ ਦਾ ਇਸਤੇਮਾਲ ਕਰ ਸਕਣਗੇ। ਅਤੇ ਆਖਿਰ ਤੇ ਅਸੀਂ ਸਿੱਟਾ ਕੱਢ ਸਕਦੇ ਹਾਂ ਕਿ ਆਰਥਿਕ ਨਿਆਂ ਦੀ ਪ੍ਰਾਪਤੀ ਤੋਂ ਬਿਨਾਂ ਸਮਾਜਿਕ ਜੀਵਨ ਦੇ ਕਿਸੇ ਵੀ ਖੇਤਰ ਦੇ ਵਿੱਚ ਨਿਆਂ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ। ਨਾ ਸਮਾਜਿਕ ਨਿਆਂ ਮਿਲ ਸਕਦਾ ਹੈ, ਨਾ ਰਾਜਨੀਤਿਕ ਤੌਰ ਤੇ ਨਿਆਂ ਮਿਲ ਸਕਦਾ ਹੈ। ਇਸ ਲਈ ਰਾਜ ਨੂੰ ਚਾਹੀਦਾ ਹੈ ਕਿ ਸਮਾਜ ਦੀ ਅਰਥ ਵਿਵਸਥਾ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਪੂੰਜੀਪਤੀ ਮਜ਼ਦੂਰਾਂ ਦਾ ਸ਼ੋਸ਼ਣ ਨਾ ਕਰ ਸਕਣ, ਸਾਰੇ ਲੋਕਾਂ ਨੂੰ ਰੁਜ਼ਗਾਰ ਦੇ ਉਚਿਤ ਮੌਕੇ ਪ੍ਰਾਪਤ ਹੋਣ, ਉਜਰਤਾਂ, ਮਹਿੰਗਾਈ ਅਤੇ ਮਨੁੱਖੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਤੈਅ ਕੀਤੀਆਂ ਜਾਣ ਅਤੇ ਭੌਤਿਕ ਉੱਨਤੀ ਦਾ ਲਾਭ ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚੇ, ਕੁਝ ਘਰਾਣਿਆਂ ਤੱਕ ਸੀਮਿਤ ਨਾ ਰਹੇ। ਇਹਨਾਂ ਸਾਰੀਆਂ ਕੰਡੀਸ਼ਨ ਨੂੰ ਫੁੱਲਫਿਲ ਕਰਨ ਤੇ ਹੀ ਕਿਸੇ ਸੁਸਾਇਟੀ ਦੇ ਵਿੱਚ, ਕਿਸੇ ਸਟੇਟ ਦੇ ਵਿੱਚ ਆਰਥਿਕ ਨਿਆਂ ਦੀ ਸਥਾਪਤੀ ਕੀਤੀ ਜਾ ਸਕਦੀ ਹੈ। ਬਹੁਤ ਬਹੁਤ ਧੰਨਵਾਦ। ਗੁੱਡ ਲੱਕ।